नमस्कार दोस्तों, मैं प्रबल प्रताप सैगल, ऑनर ऑफ सैगल इंस्टीट्यूट। जिवें कि तुसी मेरी पिछली वीडियोस ਨੂੰ बहुत प्यार दिता है, उम्मीद करता तुसी इस बारी भी दिओगे। काफ़ी स्टूडेंट्स की एक रिक्वेस्ट सी कि सेंटेंस भी सिखाए जान। सब तो पहला ਅਸੀਂ ਇਹ ਸੋਚਿਆ ਸੀ ਕਿ ਮਿਡੋਸ ਦੀ ਸੀਰੀਜ਼ ਨੂੰ ਚਲਾਈਏ, ਕੈਨ ਕੁਡ ਵੁੱਡ ਸ਼ੁੱਡ यूज टू हैव टू हैज टू हैड टू। ਤਾਂ ਇਸ ਤੋਂ ਬਾਅਦ ਜਿਹੜੀ ਸੀਰੀਜ਼ ਹੈ ਉਹ ਤੁਹਾਨੂੰ सेंटेंस फॉर्मेशंस दी मिलेगी। उम्मीद करदा तुहानू जो अज भी मैं पढ़ाऊंगा वो भी बहुत पसंद आएगा और अपना प्यार जरूर अगे वधाउणा। असीं उम्मीद ये करते हैं कि अगर साडा 1000 सबसक्राइबर बन जाता है तो साडी क्लासेस लाइव चलिया करनगियां। ਉਹਦੇ ਵਿੱਚ ਤੁਹਾਨੂੰ ਤੇ ਹੋਰ ਕਈ ਇਹੋ ਜਿਹੇ ਗਰੀਬ ਪਰਿਵਾਰਾਂ ਨੂੰ ਮਦਦ ਮਿਲ ਜਾਏਗੀ ਜਿਹੜੇ ਵਿਚਾਰੇ ਸਕੂਲ ਕਾਲਜ ਨਹੀਂ ਪੜ੍ਹੇ ਜਾਂ ਇੰਸਟੀਟਿਊਸ਼ਨ ਨਹੀਂ ਜੁਆਇਨ ਕਰ ਸਕਦੇ। ਤਾਂ ਸਾਡੀ ਇਹੀ ਉਮੀਦ ਹੈ ਕਿ ਅਸੀਂ 1000 ਸਬਸਕ੍ਰਾਈਬਰ ਵੱਧ ਤੋਂ ਵੱਧ ਕਰੀਏ ਤੇ ਹਰ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਨੂੰ ਪੜ੍ਹਾ ਸਕੀਏ। ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓਜ਼ ਵੀ ਬਹੁਤ ਪਸੰਦ ਆਏਗੀ। ਚਲੋ ਸ਼ੁਰੂ ਕਰਦੇ ਹਾਂ। ਅੱਜ ਦੀ ਆਪਣੀ ਜਿਹੜੀ ਪੜ੍ਹਾਈ ਹੈ ਉਹ ਇਹ ਹੈ ਕਿ ਅੱਜ ਦਾ ਜਿਹੜਾ ਮਿਡੋਲਸ ਹੈ ਉਹ ਹੈ ਯੂਜ਼ਸ ਆਫ should। uses of should जो कि present ਦੇ ਵਿੱਚ ਹੀ यूज ਕੀਤਾ ਜਾਂਦਾ ਹੈ। ਸਭ ਤੋਂ ਪਹਿਲੀ ਚੀਜ਼ ਇਹ ਧਿਆਨ ਰੱਖਣਾ ਕਿ ਇਸ ਨੂੰ ਸਲਾਹ ਦੇਣਾ ਜਾਂ ਲੈਣਾ ਤੇ ਦੂਸਰਾ ਕਿਸੇ ਨੂੰ ਸਮਝਾਉਣਾ, ਦੋ ਹੀ ਚੀਜ਼ਾਂ ਦੇ ਕੰਮ ਆਉਂਦਾ, ਤੀਸਰੀ ਕਿਸੇ ਚੀਜ਼ ਦੇ ਕੰਮ ਨਹੀਂ ਆਉਂਦਾ। ਇਹ ਉਮੀਦ ਨਹੀਂ ਰੱਖਣੀ, ਇਹ ਇੱਕ ਯਾਦ ਰੱਖਣਾ ਕਿ ਜਿਸਨੇ ਵੀ ਪੜਾਇਆ ਪੂਰਾ ਪ੍ਰੋਮਿਸੇਬਲ ਪੜਾਇਆ, ਕਿਤੇ ਹੋਰ ਕੰਮ ਆਉਂਦਾ ਉਹ ਜ਼ਰੂਰ ਦੱਸਦਾ। ਹੁਣ ਆਪਾਂ ਨੂੰ ਕਿਵੇਂ ਪਤਾ ਚੱਲੇ ਕਿ ਇੱਥੇ ਯੂਜ਼ਸ ਆਫ ਸ਼ੁੱਡ ਦਾ ਹੀ ਪ੍ਰਯੋਗ ਹੋਏਗਾ? ਤਾਂ ਇਸ ਦੀ ਜਿਹੜੀ ਇੱਕ ਪਹਿਚਾਨ ਹੈ ਉਹ ਇਹ ਹੈ ਕਿ ਪੰਜਾਬੀ ਦੇ ਅੰਤ ਦੇ ਵਿੱਚ ਜਿਹੜੀ ਵੀ ਤੁਹਾਡੀ ਭਾਸ਼ਾ, ਹਿੰਦੀ, ਪੰਜਾਬੀ, ਕੰਨੜ, ਮਰਾਠੀ, ਗੁਜਰਾਤੀ, ਜਿਹੜੀ ਵੀ ਭਾਸ਼ਾ ਹੈ ਉਹਦੇ ਅੰਤ ਦੇ ਵਿੱਚ ਆਉਣਾ ਚਾਹੀਦਾ ਹੈ ਚਾਹੀਦਾ ਹੈ, ਚਾਹੀਦੀ ਹੈ ਔਰ ਚਾਹੀਦੇ ਹਨ। ਜਿਵੇਂ ਕਿ ਤੁਹਾਨੂੰ ਯਾਦ ਹੋਏਗਾ ਲਾਸਟ ਟਾਈਮ ਤੁਹਾਨੂੰ ਕਰਾਇਆ ਗਿਆ ਸੀ ਯੂਜ਼ਸ ਆਫ ਸ਼ੁੱਡ ਹੈਵ। ਉਸ ਦੀ ਪਹਿਚਾਨ ਸੀ ਚਾਹੀਦਾ ਸੀ, ਪਰ ਇਸ ਦੀ ਪਹਿਚਾਨ ਹੈ ਚਾਹੀਦਾ ਹੈ। ਇਹ ਪ੍ਰੈਜ਼ੈਂਟ ਚ ਯੂਜ਼ ਕੀਤਾ ਜਾਂਦਾ ਹੈ ਕਿਸੇ ਨੂੰ ਸਲਾਹ ਦੇਣਾ, ਸਮਝਾਉਣਾ। ਜਿਵੇਂ ਕਿ ਮੰਨ ਲਓ ਆਪਾਂ ਮੋਸਟਲੀ ਆਮ ਘਰਾਂ 'ਚ ਗੱਲ ਕਰਦੇ ਹਾਂ, ਜਿਵੇਂ ਪਿਤਾ ਜੀ ਆਪਾਂ ਨੂੰ ਕਹਿੰਦੇ ਆ ਕਿ ਬੇਟਾ ਤੈਨੂੰ ਪੜ੍ਹਾਈ ਕਰਨੀ ਚਾਹੀਦੀ ਹੈ। ਏਦਾਂ ਹੀ ਆਪਾਂ ਕਹਿੰਦੇ ਆ ਪਾਪਾ ਤੁਹਾਨੂੰ ਆਰਾਮ ਕਰਨਾ ਚਾਹੀਦਾ। ਇੱਕ ਟੀਚਰ ਸਮਝਾਉਂਦਾ ਬੇਟਾ ਤੈਨੂੰ ਉਹ ਪੇਪਰ ਨਹੀਂ ਦੇਣਾ ਚਾਹੀਦਾ ਜਾਂ ਦੇਣਾ ਚਾਹੀਦਾ। ਸਾਡੀ ਗਵਰਨਮੈਂਟ ਨੂੰ ਇਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਯਾਨੀ ਕੋਈ ਕੰਮ ਏਦਾਂ ਦਾ ਜੋ ਆਪਾਂ ਕਿਸੇ ਨੂੰ ਸਲਾਹ ਦਿੰਦੇ ਆ ਜਾਂ ਸਮਝਾਉਣੇ ਆ, ਉਹਦੇ ਲਈ ਇਕੱਲੇ ਸ਼ੁੱਡ ਦਾ ਪ੍ਰਯੋਗ ਕੀਤਾ ਜਾਂਦਾ ਹੈ ਪ੍ਰੈਜ਼ੈਂਟ ਦੇ ਵਿੱਚ। ਇਸ ਨੂੰ ਕਰਨ ਦੇ ਲਈ ਆਪਾਂ ਨੂੰ ਲੋੜ ਪਈ ਬਹੁਵਚਨ ਅਤੇ ਇਕਵਚਨ ਸਬਜੈਕਟਸ ਦੀ। ਯਾਦ ਹੋਏਗਾ ਮੈਂ ਲਾਸਟ ਕਈ ਵੀਡੀਓ 'ਚ ਦੱਸਿਆ ਕਿ ਆਈ, ਵੀ, ਯੂ, ਦੇ, ਹੀ, ਸ਼ੀ, ਟੋ, ਨੇਮ, ਥੀਸ ਆਰ ਦਾ ਸਬਜੈਕਟਸ। ਇਹਨਾਂ ਦੇ ਨਾਲ ਜਿਵੇਂ ਆਈ, ਵੀ, ਯੂ ਅਤੇ ਦੇ। ਇਕਵਚਨ ਹੀ, ਸ਼ੀ, ਇਟ ਔਰ ਨੇਮ। ਇਹਨਾਂ ਨੂੰ ਬਹੁਵਚਨ ਅਤੇ ਇਕਵਚਨ ਕਿਹਾ ਜਾਂਦਾ ਹੈ, ਪਲੂਰਲਸ ਔਰ ਸਿੰਗੂਲਰ। ਫਾਰਮੂਲਾ ਇਹ ਕਹਿੰਦਾ ਹੈ ਕਿ ਚਾਹੇ ਬਹੁਵਚਨ ਹੈ ਜਾਂ ਇਕਵਚਨ ਹੈ, ਇਹਨਾਂ ਦੋਨਾਂ ਦੇ ਨਾਲ ਹੀ ਲੱਗੇਗਾ ਯੂਜ਼ਸ ਆਫ ਸ਼ੁੱਡ ਲੱਗੇਗਾ। ਔਰ ਵਰਬ ਦੀ ਫਰਸਟ ਫਾਰਮ ਦੇ ਨਾਲ ਆਬਜੈਕਟ, ਆਈ, ਵੀ, ਯੂ ਦੇ ਹੋਵੇ, ਹੀ, ਸ਼ੀ, ਟੋ, ਨੇਮ ਹੋਵੇ। ਮੈਂ ਲਾਸਟ ਟਾਈਮ ਤੇ ਹਰ ਵਾਰੀ ਕਹਿਣਾ ਕਿ ਜਦ ਤੱਕ ਜਿਉਂਦੇ ਹੋ ਜਦ ਤੱਕ ਇਹਨਾਂ ਨਾਲ ਇਹੀ ਚੀਜ਼ਾਂ ਲੱਗਣਗੀਆਂ। ਬਸ ਇਹ ਯਾਦ ਰੱਖਣਾ ਕਿ ਪਹਿਚਾਨ ਜਿਹੜੀ ਹੈ ਉਹ ਇਹ ਚਾਹੀਦਾ ਹੈ, ਚਾਹੀਦੀ ਹੈ, ਚਾਹੀਦੇ ਹਨ। ਜਿਵੇਂ ਕਿ ਆਪਾਂ ਕਹਿੰਦੇ ਮੈਂ ਪੈਨ ਚਾਹੁੰਦਾ ਹਾਂ, ਇਹ ਡਿਫਰੈਂਟ ਚੀਜ਼ ਹੋ ਜਾਂਦੀ ਹੈ। ਪੈਨ ਚਾਹਣਾ ਉਹ ਇੱਕ ਚਾਹਤ ਹੈ, ਉਹ ਤੁਹਾਡੀ ਇੱਕ ਜ਼ਰੂਰਤ ਹੈ। ਪਰ ਇਹ ਹੈ ਤੈਨੂੰ ਪੈਨ ਨਹੀਂ ਲੈਣਾ ਚਾਹੀਦਾ ਹੈ, ਤੈਨੂੰ ਉਹਦੇ ਘਰ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ ਹੈ। ਚਾਹੁੰਦਾ ਹਾਂ ਉਹ ਅੱਡ ਚੀਜ਼ ਹੁੰਦੀ ਹੈ। ਤਾਂ ਇਸ ਦੇ ਵਿੱਚ ਇਸ ਦਾ ਫਾਰਮੂਲਾ ਇਹ ਬਣਿਆ ਕਿ ਪਹਿਲਾ ਯੂਜ਼ ਕੀਤਾ ਆਪਾਂ ਸਬਜੈਕਟਸ ਆਈ, ਵੀ, ਯੂ, ਦੇ, ਹੀ, ਸ਼ੀ, ਇਟ ਔਰ ਨੇਮ। ਇਸ ਦੇ ਨਾਲ ਆਪਾਂ ਵਰਤੋਂ ਕੀਤੀ ਯੂਜ਼ਸ ਆਫ ਸ਼ੁੱਡ, ਵਰਬ ਦੀ ਫਰਸਟ ਫਾਰਮ ਦੇ ਨਾਲ ਆਬਜੈਕਟ। ਜਿਵੇਂ ਆਪਾਂ ਉਦਾਹਰਨ ਇਸ ਦੀ ਤਿਆਰ ਕਰਦੇ ਹਾਂ, ਜਿਵੇਂ ਕਿ ਦੇ ਸ਼ੁੱਡ ਗੋ ਟੂ ਕਾਲਜ। ਉਹਨਾਂ ਨੂੰ ਕਾਲਜ ਜਾਣਾ ਚਾਹੀਦਾ ਹੈ। ਇਹ ਆ ਗਿਆ ਸਬਜੈਕਟ, ਇਹ ਹੈ ਯੂਜ਼ਸ ਆਫ ਸ਼ੁੱਡ ਦਾ ਪ੍ਰਯੋਗ और ए आ गई वर्ब दी फर्स्ट फॉर्म, बाकी हो गया ऑब्जेक्ट। ऐदा ही यू शुड ज्वाइन सैगल इंस्टीट्यूट just wait, I'm sorry, for IELTS, for English, spoken English
ਤੈਨੂੰ ਮੈਨੂੰ ਉਸ ਨੂੰ ਰਾਮ ਨੂੰ ਸ਼ਾਮ ਨੂੰ ਸਹਿਗਲ ਇੰਸਟੀਚਿਊਟ ਜੁਆਇਨ ਕਰਨਾ ਚਾਹੀਦਾ ਹੈ। ਏਦਾਂ ਹੀ we should speak in English, ਸਾਨੂੰ ਜਾਂ ਆਪਾਂ ਨੂੰ ਇੰਗਲਿਸ਼ ਬੋਲਣੀ ਚਾਹੀਦੀ ਹੈ। our government, ਸਾਡੀ ਗਵਰਨਮੈਂਟ, our government should provides the jobs, ਸਾਡੀ ਗਵਰਨਮੈਂਟ ਨੂੰ ਜੌਬਸ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਥੋੜਾ ਇੱਥੇ ਧਿਆਨ ਦੇਣਾ, ਪਹਿਲੀ ਚੀਜ਼ ਆਪਾਂ ਯੂਜ਼ ਕੀਤੀ ਯੂਜ਼ਸ ਆਫ ਸ਼ੁੱਡ। ਇਸ ਨੂੰ ਮੈंने ਕੀ ਕਿਹਾ ਕਿ ਪ੍ਰੈਜ਼ੈਂਟ ਚ ਯੂਜ਼ ਕੀਤਾ ਜਾਂਦਾ ਹੈ। ਦੋ ਹੀ ਚੀਜ਼ਾਂ ਦੇ ਕੰਮ ਆਉਂਦਾ, ਕਿਸੇ ਨੂੰ ਸਲਾਹ ਦੇਣੀ ਔਰ ਸਮਝਾਉਣਾ। ਕਿਵੇਂ ਤੁਹਾਨੂੰ ਪਤਾ ਲੱਗੂਗਾ ਕਿ ਉਹਦੇ ਸ਼ੁੱਡ ਦਾ ਪ੍ਰਯੋਗ ਹੋਏਗਾ? ਤਾਂ ਇਹਦੀ ਪਹਿਚਾਣ ਹੈ ਪੰਜਾਬੀ ਦੇ ਅੰਤ ਚ ਆਉਣਾ ਚਾਹੀਦਾ, ਚਾਹੀਦਾ ਹੈ, ਚਾਹੀਦੀ ਹੈ, ਚਾਹੀਦੇ ਹਨ। ਬਹੁਵਚਨ ਹੋਵੇ, ਇੱਕ ਵਚਨ ਹੋਵੇ, ਦੋਹਾਂ ਦੇ ਨਾਲ ਲੱਗੇਗਾ ਯੂਜ਼ਸ ਆਫ ਸ਼ੁੱਡ। ਵਰਬ ਦੀ ਫਰਸਟ ਫਾਰਮ ਦੇ ਨਾਲ ਆਬਜੈਕਟ। ਤਾਂ ਇੱਥੇ ਆਪਾਂ ਫਾਰਮੂਲਾ ਤਿਆਰ ਕੀਤਾ ਹੈ ਕਿ ਸਭ ਤੋਂ ਪਹਿਲੀ ਚੀਜ਼ ਸਬਜੈਕਟ ਵਰਤੋ, ਆਈ ਵੀ ਯੂ ਦੇ ਹੀ ਸ਼ੀਟੋਂ ਨੇ ਨਾਲ ਸ਼ੁੱਡ ਦਾ ਪ੍ਰਯੋਗ ਕੀਤਾ, ਵਰਬ ਦੀ ਪਹਿਲੀ ਫਾਰਮ ਅਤੇ ਆਬਜੈਕਟ। ਤੇ ਇਹ ਆ ਗਏ ਦੇ ਹੋ ਗਿਆ ਸਬਜੈਕਟ, ਸ਼ੁੱਡ ਹੋ ਗਿਆ ਪਾਰਟ ਆਫ ਮਿਡਲਸ, ਵਰਬ ਦੀ ਫਰਸਟ ਫਾਰਮ ਹੋਗੀ ਗੋ, ਬਾਕੀ ਆ ਗਿਆ ਆਬਜੈਕਟ। ਇਦਾਂ ਹੀ ਇਹ ਚੀਜ਼ ਯਾਦ ਰੱਖਣਾ ਕਿ ਯੂਜ਼ਸ ਆਫ ਸ਼ੁੱਡ ਹਮੇਸ਼ਾ ਜ਼ਿੰਦਗੀ ਯਾਦ ਰੱਖਣਾ। ਕੋਈ ਵੀ ਟੌਪਿਕ ਹੋਏਗਾ, ਕੋਈ ਵੀ ਐਸੇ ਹੋਏਗਾ, ਉਹਦਾ ਅੰਤ ਸ਼ੁੱਡ ਹੀ ਕਰੇਗਾ। ਜਿਵੇਂ ਕਿ ਐਗਜ਼ਾਮਪਲ ਰੱਖੋ, ਯਾਦ ਹੋਏਗਾ ਤੁਹਾਨੂੰ, ਤੁਸੀਂ ਸਕੂਲ 'ਚ ਪੜ੍ਹੇ ਤਾਂ ਤੁਹਾਨੂੰ ਦੀਵਾਲੀ ਦਾ ਐਸੇ ਕੀਤਾ ਕਿ ਦੀਵਾਲੀ ਵਾਲੇ ਦਿਨ ਲੋਕ ਇਹ ਕਰਦੇ ਹਨ, ਉਹ ਕਰਦੇ ਹਨ, ਪਰ ਕੁਝ ਲੋਕ ਇਸ ਦਿਨ ਸ਼ਰਾਬ ਪੀਂਦੇ ਹਨ, ਜੂਆ ਖੇਡਦੇ ਹਨ। ਉਹਨਾਂ ਨੂੰ ਜੂਆ ਨਹੀਂ ਖੇਡਣਾ ਚਾਹੀਦਾ ਹੈ, ਸ਼ਰਾਬ ਨਹੀਂ ਪੀਣੀ ਚਾਹੀਦੀ ਹੈ। ਇੱਦਾਂ ਪਾਣੀ ਦੀ ਵਰਤੋਂ ਇਦਾਂ ਕਰਦੇ ਹਨ, ਕੁਝ ਲੋਕ ਪਾਣੀ ਗੰਦਾ ਕਰਦੇ ਹਨ, ਉਹਨਾਂ ਨੂੰ ਪਾਣੀ ਪੋਲਿਊਟਡ ਨਹੀਂ ਕਰਨਾ ਚਾਹੀਦਾ ਹੈ, ਸਾਨੂੰ ਪਾਣੀ ਸੇਵ ਕਰਨਾ ਚਾਹੀਦਾ ਹੈ। यानी ये जिंदगी जी याद रखना, चाहे कोई इंटरनेट है, चाहे कोई दरख्त है, चाहे कोई पानी है, किसी भी टॉपिक ते लिखो उसका अंत हमेशा शुड ही करता होंदा है। सो यूजेस ऑफ शुड का प्रयोग प्रेजेंट च कीता जांदा है। लास्ट टाइम मैं तुहानू शुड हैव कराया सी, उसका भी प्रयोग प्रेजेंट च है, पर पास्ट की गल नूं लैके काफी बच्चे कंफ्यूज हो जाते हैं कि शुड हैव दे नाल थर्ड फॉर्म लगदी है। मैं लास्ट टाइम दस्सिया सी ते इस दे नाल वर्ब दी फर्स्ट फॉर्म का प्रयोग कीता जांदा है। क्लियर? कोई कंफ्यूजन? कोई डाउट? प्लीज राइट दैट। चलो अब आगे बढ़ते हैं। सो यूजेस ऑफ जो शुड है, इसकी इंपॉर्टेंस बहुत ज्यादा है। ਇਹ ਤੁਸੀਂ ਆਮ ਤੌਰ ਤੇ ਛੋਟੇ ਛੋਟੇ ਬੱਚਿਆਂ ਨੂੰ ਐਕਸਪਲੇਨ ਕਰਦੇ ਆਪਾਂ ਕਿ ਬੇਟਾ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ, ਤੁਹਾਨੂੰ ਇਹ ਕਰਨਾ ਚਾਹੀਦਾ ਹੈ। ਸੋ ਇਹ ਡੇਲੀ ਬੇਸਿਸ ਤੇ ਤੁਸੀਂ ਯੂਜ਼ ਕਰ ਸਕਦੇ ਹੋ। ਐਗਜ਼ਾਮਪਲ ਦੇ ਤੌਰ ਤੇ ਯੂ ਸ਼ੁਡ ਗੋ ਟੂ ਸਕੂਲ, ਯੂ ਸ਼ੁਡ ਰੀਡ ਐਵਰੀ ਡੇ, ਰਾਈਟ? ਇਦਾਂ ਹੀ ਆਪਾਂ ਬੱਚਿਆਂ ਨੂੰ ਕਹਿ ਸਕਦੇ ਹਾਂ ਵੀ ਸ਼ੁਡ ਸਲੀਪ अर्ਲੀ, ਵੀ ਸ਼ੁਡ ਪ੍ਰੋਟੈਕਟ ਆਰ ਕੰਟਰੀ। ਮੀਨਸ ਇੱਕ ਬਹੁਤ ਅੱਛਾ ਮੋਡਲ ਹੈ ਜੋ ਕਿ ਤੁਸੀਂ ਹਰੇਕ ਇਨਸਾਨ ਨੂੰ ਸਮਝਾ ਸਕਦੇ ਹੋ, ਸਲਾਹ ਲੈ ਸਕਦੇ ਹੋ। ਸ਼ੁਡ ਦੇ ਕੰਮ ਹੁੰਦਾ। कुछ स्टूडेंट्स की करते हैं, जिवें आप बैठे आप कहने चलो यार चलिए, तो कुछ इंग्लिश बोलेंगे लेट्स गो। देखो लेट्स गो एक फॉर्म डिफरेंट है, मैं आगे कराऊंगा, पर तुसी किसी ਨੂੰ क्या चलो चलिए तो ਉਹਦਾ ਮਤਲਬ ਹੁੰਦਾ ਹੈ ਕਿ ਤੁਸੀਂ ਸਲਾਹ ਲੈਣੇ ਹੋ ਜਾਂ ਉਸ ਨੂੰ ਮਸ਼ਵਰਾ ਲੈਣਾ, ਚੱਲ ਚੱਲੀਏ, ਤਾਂ should we go, ਉਹਦੇ ਲਈ should we go ਲੱਗਦਾ ਹੈ। ਚਲੋ ਯਾਰ ਇਹ ਕਰੀਏ, should we do it, ਤਾਂ ਪਲੀਜ਼ ਟ੍ਰਾਈਂਗ ਟੂ ਅੰਡਰਸਟੈਂਡ ਉੱਥੇ let's go ਜਾਂ let's do it ਨਹੀਂ ਹੁੰਦਾ। ਚਲੋ ਜੀ ਅੱਗੇ ਵਧਦੇ ਹਾਂ ਨੈਗੇਟਿਵ, ਪੋਜ਼ਿਟਿਵ ਔਰ ਇੰਟਰੋਗੇਟਿਵ ਸੈਂਟੈਂਸਸ ਦੇ ਵੱਲ। should ਦੇ ਹੀ, ਜਿਵੇਂ ਕਿ they should give the test या they should give the speech, ਉਹਨਾਂ ਨੂੰ ਭਾਸ਼ਣ ਦੇਣਾ ਚਾਹੀਦਾ ਹੈ। ਤਾਂ ਇਹ ਆ ਗਿਆ ਆਪਣੇ ਕੋਲ ਸਬਜੈਕਟ, ਯੂਜ਼ਸ ਆਫ should, ਦੇ ਨਾਲ verb ਦੀ ਫਰਸਟ ਫਾਰਮ ਅਤੇ all is object। ਏਦਾਂ ਹੀ ਉਹਨਾਂ ਨੂੰ ਭਾਸ਼ਣ ਨਹੀਂ ਦੇਣਾ ਚਾਹੀਦਾ ਹੈ। ਸਾਡਾ ਆਪਣਾ ਇੱਕ ਮਸ਼ਵਰਾ ਸਲਾਹ ਹੈ, ਤਾਂ ਇੱਥੇ ਆ ਗਿਆ they should not give the speech, ਉਹਨਾਂ ਨੂੰ ਭਾਸ਼ਣ ਨਹੀਂ ਦੇਣਾ ਚਾਹੀਦਾ ਹੈ। ਹੁਣ ਆਉਂਦੇ ਕੀ ਉਹਨਾਂ ਨੂੰ ਭਾਸ਼ਣ ਦੇਣਾ ਚਾਹੀਦਾ ਹੈ, ਤਾਂ should ਬਾਹਰ ਆ ਜਾਏਗਾ। ਦੇਸੀ ਤਰੀਕੇ ਨਾਲ ਤੁਹਾਨੂੰ ਸਮਝਾਉਣਾ, ਮੈਂ ਉਸ ਤਰ੍ਹਾਂ ਨਹੀਂ ਚੱਲਦਾ ਜਿਵੇਂ ਕਿ ਇੰਸਟੀਟਿਊਸ਼ਨਸ 'ਚ ਮੈਂ ਪੜਾਉਣਾ, ਕਿਉਂਕਿ ਇੱਕ ਵੀਡੀਓ ਹੈ ਤਾਂ ਵੀਡੀਓ ਨੂੰ ਉਸੇ ਤਰ੍ਹਾਂ ਹੀ ਸਮਝਾਉਣਾ ਪੈਂਦਾ ਹੈ। ਕੀ ਉਹਨਾਂ ਨੂੰ, ਤਾਂ ਇਹਦੇ ਵਿੱਚ ਕੀ ਹੋਇਆ, ਆਪਾਂ should ਨੂੰ ਬਾਹਰ ਕੱਢ ਰਿਹਾ ਔਰ ਸਬਜੈਕਟ ਨੂੰ ਆਪਾਂ ਅੰਦਰ ਲੈ ਆਏ। ਅੰਡਰਸਟੂਡ? should ਦੇ give the test, ਕੀ ਉਹਨਾਂ ਨੂੰ ਟੈਸਟ ਜਾਂ ਸਪੀਚ ਦੇਣੀ ਚਾਹੀਦੀ ਹੈ। ਤਾਂ ਇਹ ਕੁਐਸਚਨ ਚ ਬਦਲ ਗਿਆ, ਤਾਂ ਕੁਐਸਚਨਸ ਮਾਰਕ ਬਣ ਜਾਂਦਾ ਹੈ। ਤਾਂ ਇਦਾਂ ਹੀ ਕੀ ਉਹਨਾਂ ਨੂੰ ਭਾਸ਼ਣ ਨਹੀਂ ਦੇਣਾ ਚਾਹੀਦਾ ਹੈ, should they not give the test or speech। ਜਿਹੜੇ WH ਕੁਐਸਚਨਸ ਹੁੰਦੇ ਆ ਨਾ,
ਜਿਵੇਂ what why when where ਕਾਫੀ ਲੋਕ ਕਨਫਿਊਜ਼ ਹੈ ਤਾਂ ਇਹ ਯਾਦ ਰੱਖਣਾ ਜਦੋਂ ਕੈਨ ਕੁਡ ਵੁੱਡ ਸ਼ੁੱਡ ਕੁਐਸਚਨ ਚ ਬਦਲ ਜਾਂਦਾ ਹੈ ਤਾਂ WH ਉਸ ਤੋਂ ਬਾਅਦ ਸ਼ੁਰੂ ਹੁੰਦੇ ਆ ਐਗਜ਼ਾਮਪਲ ਮੈਂ ਇੱਥੇ ਲਿਖ ਦਿੱਤਾ when should they give the speech ਉਹਨਾਂ ਨੂੰ ਭਾਸ਼ਣ ਕਦੋਂ ਦੇਣਾ ਚਾਹੀਦਾ ਹੈ ਇੱਥੇ ਅਗਰ ਮੈਂ ਕਰ ਦਿੰਦਾ why ਤਾਂ ਇਹ ਹੋ ਜਾਂਦਾ ਹੈ ਉਹਨਾਂ ਨੂੰ ਭਾਸ਼ਣ ਕਿਉਂ ਦੇਣਾ ਚਾਹੀਦਾ ਹੈ ਅਗਰ ਮੈਂ ਇੱਥੇ ਕਰ ਦਿੱਤਾ where ਤਾਂ ਉਹਨਾਂ ਨੂੰ ਭਾਸ਼ਣ ਕਿੱਥੇ ਦੇਣਾ ਚਾਹੀਦਾ ਹੈ ਸੋ ਯੂਜ਼ਸ ਆਫ should ਜਾਂ can could would should is am are was were ਜਦੋਂ ਵੀ ਬਾਹਰ ਹੋ ਜਾਂਦੇ ਆ ਤਾਂ ਕੁਐਸਚਨਸ ਬਣਨੇ ਉਦੋਂ ਸ਼ੁਰੂ ਹੋ ਜਾਂਦੇ ਆ ਕਲੀਅਰ ਕੋਈ ਕਨਫਿਊਜ਼ਨ ਕੋਈ ਡਾਊਟ ਹੁੰਦਾ ਹੈ ਤਾਂ ਤੁਸੀਂ ਪਲੀਜ਼ ਆਪਣੇ ਕਮੈਂਟਸ ਦੇ ਵਿੱਚ ਜਰੂਰ ਦੱਸੋ ਤਾਂ ਕਿ ਮੈਂ ਉਸ ਤੇ ਇੰਪਰੂਵਮੈਂਟ ਕਰ ਸਕਾਂ ਔਰ ਜਿਵੇਂ ਮੈਂ ਲਾਸਟ ਟਾਈਮ ਇੱਕ ਰਿਕੁਐਸਟ ਕੀਤੀ ਹੈ ਤੁਹਾਨੂੰ ਕਿ ਅਸੀਂ ਇਹ ਜੋ ਇੱਕ ਚੈਨਲ ਚਲਾਇਆ ਸਾਡਾ ਇਸ ਦੇ ਵਿੱਚ ਮੇਨ ਮੋਟਿਵ ਹੈ ਕੁਝ ਗਰੀਬ ਬੱਚਿਆਂ ਨੂੰ ਪੜ੍ਹਾ ਸਕੀਏ ਅਸੀਂ ਜੋ ਸਾਡੇ ਤੱਕ ਨਹੀਂ ਪਹੁੰਚ ਪਾਉਂਦੇ ਤਾਂ ਸੈਗਨ ਇੰਸਟੀਚਿਊਟ 2008 ਤੋਂ ਲੈ ਕੇ ਹੁਣ ਤੱਕ ਕਾਫੀ ਬੱਚਿਆਂ ਨੂੰ ਪੜਾਉਂਦਾ ਹੈ ਚਲੋ ਤੁਹਾਡੇ ਮਾਧਿਅਮ ਨਾਲ ਮੈਂ ਇਹ ਦੱਸਣਾ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਸੀ ਚਲੋ ਮੈਂ ਦੱਸ ਦਿੱਤੀ ਪਰ ਹੁਣ ਜਿਹੜਾ ਮੋਟਿਵ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਇਸ ਨੂੰ ਫੈਲਾ ਦਿਓ ਤਾਂ ਕਿ ਮੈਂ ਉਹਨਾਂ ਤੋਂ ਬੱਚਿਆਂ ਤੱਕ ਪਹੁੰਚ ਸਕਾਂ ਜੋ ਮੇਰੇ ਤੱਕ ਨਹੀਂ ਆ ਸਕਦੇ ਜਾਂ ਮੈਂ ਉਹਨਾਂ ਤੱਕ ਨਹੀਂ ਪਹੁੰਚ ਸਕਦਾ ਸਬਸਕ੍ਰਾਈਬ ਕਰਿਓ ਆਪ ਵੀ ਤੇ ਹੋਰਾਂ ਤੋਂ ਵੀ ਕਰਵਾਇਓ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ